ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਰੇਲ ਪਟਰੀਆਂ ਦੀ ਸਿਆਸਤ। ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਹਮੀਰ ਸਿੰਘ ਜੀ, ਫਿਰੰਗੀਆਂ ਨੇ 1870 ਦੇ ਵਿੱਚ ਕਲਕੱਤੇ ਤੋਂ ਲੈ ਕੇ ਪਿਸ਼ਾਵਰ ਤੱਕ ਸੜਕਾਂ ਦੇ ਨਾਲ ਨਾਲ ਰੇਲ ਗੱਡੀਆਂ ਲਈ ਰੇਲ ਪਟਰੀਆਂ ਵਿਛਾ ਦਿੱਤੀਆਂ ਗਈਆਂ ਸੀ ਅਤੇ ਸਾਲ 1920 ਤੱਕ ਪੰਜਾਬ ਭਰ ਦੇ ਵਿੱਚ 660 ਦੇ ਕਰੀਬ ਰੇਲਵੇ ਸਟੇਸ਼ਨ ਬਣ ਚੁੱਕੇ ਸੀ। ਪਰ ਅੱਜ ਉਹੀ ਰੇਲ ਗੱਡੀਆਂ ਜਿਹੜੀ ਕਿ ਲੋਕਾਂ ਦੇ ਆਉਣ ਜਾਣ ਦੀ ਦੂਰੀਆਂ ਨੂੰ ਘਟਾਉਣ ਲਈ ਵੀ ਕਿ ਘੱਟ ਸਮੇਂ 'ਚ ਤੈਅ ਕਰਨ ਲਈ ਬਣਾਈਆਂ ਗਈਆਂ ਸੀ, ਉਹ ਰੇਲ ਪਟਰੀਆਂ ਅੱਜ ਪੰਜਾਬ ਦੀ ਸਿਆਸਤ ਦਾ ਅਖਾੜਾ ਬਣ ਚੁੱਕੀਆਂ ਨੇ। ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਸੰਘਰਸ਼ ਰੇਲ ਪਟਰੀਆਂ 'ਤੇ ਆ ਗਿਆ ਸੀਗਾ। 24 ਸਤੰਬਰ ਤੋਂ ਕਿਸਾਨਾਂ ਨੇ ਪੰਜਾਬ ਭਰ ਦੀ ਰੇਲ ਪਟਰੀਆਂ ਬੰਦ ਕਰ ਦਿੱਤੀਆਂ ਸੀ। ਪਰ ਅੱਜ ਉਹੀ ਕਿਸਾਨ ਅੰਦੋਲਨ ਵੱਲੋਂ ਰੇਲ ਪਟਰੀਆਂ 'ਤੇ ਸ਼ੁਰੂ ਕੀਤਾ ਸੰਘਰਸ਼ 'ਤੇ ਅੱਜ ਸਾਰੀ ਰਾਜਸੀ ਪਾਰਟੀਆਂ ਜਿਹੜੀਆਂ ਹੈਗੀਆਂ ਨਿਰਭਰ ਹੋ ਗਈਆਂ ਨੇ। ਸਾਰੀ ਰਾਜਨੀਤਿਕ ਪਾਰਟੀਆਂ ਉਸ ਬਾਰੇ ਰਾਜਨੀਤੀ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਨੇ। ਅਸੀਂ ਜਾਣਨਾ ਚਾਹਾਂਗੇ ਵੀ ਕਿ ਰੇਲ ਪਟਰੀਆਂ ਦੀ ਸਿਆਸਤ ਕੀ ਹੈ। ਅਸਲ ਦੇ ਵਿੱਚ ਇਹ ਹੈ ਕਿ ਸਿਆਸਤ ਤਾਂ ਓਵਰਆਲ ਸਰਕਾਰਾਂ ਦੀ ਉਹ ਹੁੰਦੀ ਹੈ, ਪਰ ਵੱਖ-ਵੱਖ ਚੀਜ਼ਾਂ ਨੂੰ ਬਹਾਨਾ ਬਣਾਇਆ ਜਾਂਦਾ ਹਮੇਸ਼ਾ ਕਿ ਕਿਹੜੀ ਗੱਲ 'ਤੇ ਕਿਵੇਂ ਖੇਡਣਾ ਹੈ। ਔਰ ਇਦੋਂ ਪਹਿਲਾਂ ਇੱਕ ਗੱਲ ਕਲੀਅਰ ਹੈ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਿਸਾਨ ਜਥੇਬੰਦੀਆਂ, ਬਾਕੀ ਲੋਕ ਅਤੇ ਪੋਲੀਟੀਕਲ ਧਿਰਾਂ ਇੱਕ ਪਾਸੇ ਦਿਖਾਈ ਦਿੰਦੀਆਂ ਨੇ ਅਤੇ ਇੱਕ ਸਟੈਂਡ ਲੈ ਚੁੱਕੀਆਂ ਨੇ ਕਿ ਜਿਹੜੇ ਕੇਂਦਰੀ ਬਿੱਲ ਨੇ ਤਿੰਨੋਂ ਕਾਨੂੰਨ ਬਣ ਚੁੱਕੇ ਨੇ। ਪਹਿਲਾਂ ਆਰਡੀਨੈਂਸ ਸੀਗੇ ਅਤੇ ਇੱਕ ਬਿਜਲੀ ਬਿੱਲ ਦਾ ਤਜਵੀਜ਼ਤ ਬਿੱਲ ਹੈ ਜਿਹੜਾ, ਉਹਨਾਂ ਸਾਰਿਆਂ ਦੇ ਖਿਲਾਫ ਇੱਕ ਮੂਵਮੈਂਟ ਬੜੇ ਵੱਡੇ ਪੱਧਰ 'ਤੇ ਭਖੀ ਹੈ। ਅਤੇ ਇੱਕ ਸਮੇਂ ਤੱਕ ਇਹ ਰਿਹਾ ਕਿ ਕਿਸਾਨਾਂ ਨੇ ਜਿੱਥੇ ਕਾਰਪੋਰੇਟ ਦੇ, ਅਡਾਨੀ ਦੇ, ਅੰਬਾਨੀ ਦੇ ਜਾਂ ਪ੍ਰਧਾਨ ਮੰਤਰੀ ਦੇ ਦੁਸਹਿਰੇ ਦੇ ਮੌਕੇ ਪੁਤਲੇ ਵੀ ਫੂਕੇ ਨੇ, ਜਾਂ ਉਹਨਾਂ ਦੇ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ 'ਤੇ ਧਰਨੇ ਚੱਲ ਰਹੇ ਨੇ, ਟੋਲ ਪਲਾਜ਼ਿਆਂ ਦੇ ਉੱਤੇ ਧਰਨੇ ਚੱਲ ਰਹੇ ਨੇ ਜਾਂ ਵੱਖ-ਵੱਖ ਥਾਵਾਂ 'ਤੇ। ਇਹ ਸੰਘਰਸ਼ ਦਾ ਇੱਕ ਰੂਪ ਹੈ ਅਤੇ ਇੱਕ ਰੂਪ ਉਹਦੇ 'ਚੋਂ ਸੀਗਾ ਕਿ ਰੇਲਵੇ ਟਰੈਕ ਦੇ ਉੱਤੇ ਵੀ ਜਥੇਬੰਦੀਆਂ ਬੈਠੀਆਂ ਹੋਈਆਂ ਸੀ। ਤਾਂ ਇੱਕ ਸਮੇਂ ਤੱਕ ਗੱਲਬਾਤ ਕਰਕੇ ਪੰਜਾਬ ਸਰਕਾਰ ਨੇ ਵੀ ਅਤੇ ਬਾਕੀ ਲੋਕਾਂ ਨੇ ਵੀ, ਕਿਸਾਨ ਜਥੇਬੰਦੀਆਂ ਨੇ ਆਪ ਵੀ, ਕਿ ਫਿਲਹਾਲ ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਨੇ ਦਾ ਅਸਰ ਪੈ ਰਿਹਾ ਪੰਜਾਬ ਦੇ ਉੱਤੇ ਵੀ, ਜੇ ਖਾਦ ਲਿਆਉਣ ਦਾ ਮਾਮਲਾ ਹੈ, ਕੋਲਾ ਲਿਆਉਣ ਦਾ ਮਾਮਲਾ ਹੈ ਜਾਂ ਬਾਕੀ ਦੀਆਂ ਵਸਤਾਂ ਦਾ ਮਾਮਲਾ ਹੈ ਜਿਹੜੀਆਂ ਪੰਜਾਬੀਆਂ ਦੇ ਵਰਤੋਂ ਲਈ ਵੀ ਨੇ, ਤਾਂ ਜਿਹੜੀਆਂ ਜਥੇਬੰਦੀਆਂ ਨੇ ਅਤੇ ਜਥੇਬੰਦੀਆਂ ਨੇ ਇੱਕ ਸਹਿਮਤੀ ਕਰ ਲਈ ਕਿ ਅਸੀਂ ਰੇਲਵੇ ਟਰੈਕ 'ਤੇ ਮਾਲ ਗੱਡੀ ਨਹੀਂ ਰੋਕਾਂਗੇ, ਪੈਸੰਜਰ ਨੂੰ ਅਲਾਓ ਨਹੀਂ ਕਰਾਂਗੇ। 5 ਨਵੰਬਰ ਤੱਕ ਦਾ ਉਹਨਾਂ ਨੇ ਇੱਕ ਟੀਚਾ ਦਿੱਤਾ ਸੀ। ਪਰ ਕੁਝ ਦਿਨਾਂ ਬਾਅਦ ਫਿਰ ਇਹ ਹੋ ਗਿਆ, ਉਸੇ ਟੀਚੇ ਤੋਂ ਜਿਹੜੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਉਹਨੇ ਫਿਰ ਥਰਮਲਾਂ ਦੀ ਰੇਲਵੇ ਲਾਈਨ ਇਸ ਕਰਕੇ ਰੋਕ ਦਿੱਤੀ ਗਈ ਕਿ ਇਹ ਪ੍ਰਾਈਵੇਟ ਥਰਮਲ ਅਸੀਂ ਨਹੀਂ ਚੱਲਣ ਦੇਣੇ। ਇਹਦਾ ਮਤਲਬ ਇਹ ਇੱਕ ਗੱਲ ਤਾਂ ਇਹਦੇ 'ਚੋਂ ਇਹ ਦਿਖਾਈ ਦਿੱਤੀ ਹੈ ਜਿਹੜੀ ਕਿ ਨਜ਼ਰ ਨਹੀਂ ਆਉਣੀ ਚਾਹੀਦੀ ਕਿ ਜਥੇਬੰਦੀਆਂ ਨੂੰ ਫੈਸਲੇ ਸਹਿਮਤੀ ਨਾਲ ਲੈਣੇ ਚਾਹੀਦੇ ਨੇ। ਜੇ ਕੁਝ ਜਥੇਬੰਦੀਆਂ ਇਹ ਫੈਸਲਾ ਕਰਦੀਆਂ ਅਸੀਂ ਹਟਾ ਤੇ ਕੁਝ ਫੇਰ ਕਰ ਦਿੰਦੀਆਂ ਨੇ, ਕਿਸੇ ਵੀ ਦਲੀਲ ਦੇ ਤਹਿਤ ਕਰ ਦਿੰਦੀਆਂ ਨੇ, ਜਾਂ ਤਾਂ ਪਹਿਲਾਂ ਹੀ ਗੱਲਬਾਤ ਕਰਕੇ ਇੱਕ ਸਾਂਝਾ ਫੈਸਲਾ ਲਓ ਅਤੇ ਨਹੀਂ ਤਾਂ ਵਾਰ-ਵਾਰ ਉਹਨੂੰ ਬਦਲਣ ਦੀ ਨਹੀਂ ਲੋੜ ਹੁੰਦੀ। ਕਿਉਂਕਿ ਪਰ ਗੌਰਮੈਂਟ ਆਫ ਇੰਡੀਆ ਨੇ ਕੀ ਕੀਤਾ, ਉਹਨੇ ਇਹਨੂੰ ਸੁਲਝਾਉਣ ਦੀ ਬਜਾਏ ਉਹਨੇ ਚੱਕ ਕੇ ਇੱਕ ਜ਼ੁਬਾਨੀ ਹੁਕਮ ਦੇ, ਅਤੇ ਲਿਖਤੀ ਵੀ ਕੁਝ ਨਹੀਂ ਕਿਹਾ ਕਿ ਅਸੀਂ ਇਸ ਲੈਵਲ 'ਤੇ ਗੱਲ ਕਰਦੇ ਹਾਂ, ਔਰ ਜ਼ੁਬਾਨੀ ਇੱਕ ਇਸ ਲੈਵਲ ਦੇ ਹੁਕਮ ਦਿੱਤੇ ਨੇ ਕਿ ਅਸੀਂ ਰੇਲਾਂ ਜਿੰਨਾ ਚਿਰ ਪੈਸੰਜਰ ਟ੍ਰੇਨਾਂ ਨਹੀਂ ਚੱਲਣ ਦਿੱਤੀਆਂ ਜਾਂਦੀਆਂ ਉਹਨਾਂ ਚਿਰ ਮਾਲ ਗੱਡੀਆਂ ਵੀ ਅਸੀਂ ਨਹੀਂ ਚਲਾਵਾਂਗੇ। ਇਹਦਾ ਅਸਰ ਕੀ ਪਏਗਾ? ਇਹਦਾ ਅਸਰ ਇਹ ਹੈ ਕਿ ਜਿਹੜਾ ਸੰਘਰਸ਼ ਕੇਂਦਰ ਦੇ ਖਿਲਾਫ ਸਿੱਧਤ ਹੋ ਰਿਹਾ ਹੈ, ਤਾਂ ਉਹਨੂੰ ਇਹ ਲੱਗ ਰਿਹਾ ਕਿ ਪੰਜਾਬ ਦੀ ਸਰਕਾਰ ਦੇ ਖਿਲਾਫ ਵੀ ਇੱਕ ਲੈਵਲ ਦਾ ਸਿੱਧਤ ਹੋਵੇ, ਕਿਉਂਕਿ ਜਦੋਂ ਉੱਥੇ ਸੰਕਟ ਕੁਝ ਚੀਜ਼ਾਂ ਦਾ ਕਮੀ ਆਏਗੀ ਉਹਦੇ ਖਿਲਾਫ ਵੀ ਲੋਕਾਂ ਨੂੰ ਜਾਣਾ ਪਏਗਾ ਅਤੇ ਲੋਕ ਨਾਰਾਜ਼ ਹੋਣਗੇ। ਅਤੇ ਪਰ ਅਸਲ 'ਚ ਗੱਲ ਇਹ ਹੈ ਕਿ ਪੈਸੰਜਰ ਟ੍ਰੇਨ ਤਾਂ ਕਿਸੇ ਨੇ ਰੋਕੀ ਨਹੀਂ ਸੀ। ਪੈਸੰਜਰ ਟ੍ਰੇਨ ਤਾਂ ਕਰੋਨਾ ਦੇ ਦੌਰਾਨ ਗੌਰਮੈਂਟ ਆਫ ਇੰਡੀਆ ਨੇ ਰੋਕੀਆਂ ਹੋਈਆਂ ਸੀ ਸਾਰੇ ਦੇਸ਼ ਦੇ ਵਿੱਚ, ਅਤੇ ਉਦੋਂ ਬਾਅਦ ਚਲਾਈਆਂ ਨਹੀਂ। ਔਰ ਸਪੈਸ਼ਲ ਟ੍ਰੇਨਾਂ ਕੁਝ ਪੈਸੰਜਰ ਚਲਾਈਆਂ ਸੀ, ਉਹ ਵੀ ਜਿਹੜੇ ਮਜ਼ਦੂਰ ਸੀ ਜਿਹੜੇ ਪੈਦਲ ਚੱਲ ਕੇ ਇੰਨੇ ਲੰਮੇ ਸਮੇਂ ਬਾਅਦ ਚੱਲ ਰਹੇ ਸੀ। ਰੌਲਾ ਪਿਆ ਦੇਸ਼ ਦੇ ਵਿੱਚ ਕਿ ਉਹਨਾਂ ਲਈ ਟ੍ਰੇਨ ਵੀ ਕਿਉਂ ਨਹੀਂ ਦੇ ਸਕਦੇ, ਤਾਂ ਕੁਝ ਸਪੈਸ਼ਲ ਟ੍ਰੇਨਾਂ ਚਲਾਈਆਂ ਸੀ। ਇਸ ਕਰਕੇ ਗੌਰਮੈਂਟ ਆਫ ਇੰਡੀਆ ਨੇ ਉਹਨਾਂ ਟ੍ਰੇਨਾਂ ਦੇ ਨਾਂ 'ਤੇ ਜਿਹੜੀ ਸਿਆਸਤ ਖੇਡਣੀ ਸ਼ੁਰੂ ਕੀਤੀ ਹੈ, ਇਹ ਬੜੀ ਖਤਰਨਾਕ ਸਿਆਸਤ ਹੈ। ਔਰ ਇਸ ਗੱਲ ਦੇ ਵਾਸਤੇ ਕਿ ਤੁਸੀਂ ਬਾਕੀ ਜਿੱਥੇ ਕਿਤੇ ਦੂਜਾ ਮਾਲ ਲੋਕਾਂ ਨੂੰ ਚਾਹੀਦਾ ਹੈ, ਉਹਨਾਂ ਲੋਕਾਂ ਨੂੰ ਕਿਵੇਂ ਮਹਿਰੂਮ ਰੱਖ ਦੋਗੇ? ਜੇ ਤੁਸੀਂ ਸਰਕਾਰ ਹੈ, ਜੇ ਤੁਸੀਂ ਜ਼ਿੰਮੇਵਾਰ ਸਰਕਾਰ ਹੈ, ਤੁਸੀਂ ਕਹਿੰਦੇ ਹੋ ਕਿ ਇੱਥੇ ਜਮਹੂਰੀਅਤ ਹੈ, ਡੈਮੋਕ੍ਰੇਸੀ ਹੈ, ਤਾਂ ਡੈਮੋਕ੍ਰੇਸੀ ਦੇ ਵਿੱਚ ਜਿੰਨਾ ਸੰਭਵ ਹੱਦ ਤੱਕ ਤੁਸੀਂ ਪਹੁੰਚ ਕਰ ਸਕਦੇ ਹੋ ਲੋਕਾਂ ਤੱਕ, ਅਤੇ ਉਹ ਸਾਧਨ ਪਹੁੰਚਾਉਣੇ ਚਾਹੀਦੇ ਨੇ। ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਇਸੇ ਲਈ ਪੰਜਾਬ ਦੇ ਵਿੱਚ ਇੱਕ ਦੁਬਾਰਾ ਫੇਰ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਵੀ
ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਵੀ, ਸਾਰੀਆਂ ਵੱਲੋਂ ਕੇਂਦਰ ਦੇ ਇਸ ਫੈਸਲੇ ਨੂੰ ਤਾਨਾਸ਼ਾਹ ਔਰ ਮਤਲਬ ਗਲਤ ਕਰਾਰ ਦਿੱਤਾ ਗਿਆ ਕਿ ਇਹ ਠੀਕ ਨਹੀਂ ਹੈ ਔਰ ਕੇਂਦਰ ਸਰਕਾਰ ਨੂੰ ਇਹ ਵਾਪਸ ਲੈਣਾ ਚਾਹੀਦਾ ਹੈ। ਇਹ ਬਹੁਤ ਬੜਾ ਇੱਕ ਸਵਾਲ ਹੈ। ਤੇ ਹੁਣ ਪਰ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੀ ਇਕੱਲੀਆਂ ਇੱਕ ਪੇਜ ਤੇ ਆ ਕੇ ਇੱਕੋ ਤਰ੍ਹਾਂ ਦੀ ਆਵਾਜ਼ ਨਹੀਂ ਦੇ ਰਹੀਆਂ। ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਆਪਸੀ ਅੰਦਰੂਨੀ ਵੀ ਟਕਰਾਅ ਨੇ। ਜਿਵੇਂ ਅਕਾਲੀ ਦਲ ਨੇ ਕੀਤਾ, ਉਹਦਾ ਬਿਆਨ ਇਹ ਹੈ ਕਿ ਅਮਰਿੰਦਰ ਸਿੰਘ ਤੇ ਮੋਦੀ ਰਲੇ ਹੋਏ ਨੇ, ਇਸ ਕਰਕੇ ਸਾਰਾ ਕੁਝ ਹੋ ਰਿਹਾ। ਉਹ ਕਹਿ ਰਹੇ ਨੇ ਅਜੇ ਅਕਾਲੀ ਵੀ ਪੂਰੀ ਤਰ੍ਹਾਂ ਬਾਹਰ ਨਹੀਂ ਆਏ ਹੋਏ, ਅਕਾਲੀ ਤੇ ਮੋਦੀ ਅੰਦਰ ਖਾਤੇ ਸਾਰਾ ਕੁਝ ਕਰ ਰਹੇ ਨੇ। ਤੇ ਨਾਲ ਹੀ ਆਮ ਆਦਮੀ ਪਾਰਟੀ ਵੀ ਕਹਿੰਦੀ ਹੈ ਇਹ ਤਿੰਨੋਂ ਰਲੇ ਹੋਏ ਨੇ। ਮਤਲਬ ਅਜੇ ਅਸੀਂ ਇੱਕ ਦੂਜੇ ਤੇ ਬਲੇਮ ਜ਼ਿਆਦਾ ਕਰ ਰਹੇ ਹਾਂ ਕੇਂਦਰ ਦੇ ਮੁਕਾਬਲੇ। ਔਰ ਖਾਸ ਤੌਰ ਤੇ ਉਹ ਬਿੱਲਾਂ ਤੋਂ ਬਾਅਦ ਜਿਹੜੇ ਬਿੱਲ ਵਿਧਾਨ ਸਭਾ ਦੇ ਵਿੱਚ ਪਾਸ ਹੋਏ ਨੇ, ਪਹਿਲਾਂ ਸਰਬਸੰਮਤੀ ਨਾਲ ਪਾਸ ਕੀਤੇ, 115 ਬੰਦੇ ਗਏ, MLA ਸੀ 2 BJP ਦਿਆਂ ਨੂੰ ਛੱਡ ਕੇ, ਗਵਰਨਰ ਦੇ ਵੀ ਗਏ। ਤੇ ਉਦੋਂ ਬਾਅਦ ਹੁਣ ਐਂ ਲੱਗਦਾ ਜਿਵੇਂ ਕੇਂਦਰ ਨਾਲੋਂ ਜ਼ਿਆਦਾ ਡਿਬੇਟ ਇੱਥੇ ਸਟਾਰਟ ਹੋ ਗਈ ਹੈ। ਇਹ ਸਿਆਸਤ ਵੋਟ ਦੀ ਸਿਆਸਤ ਹੈ। ਇਹ ਸਿਆਸਤ ਕੇਵਲ 22 ਨੂੰ ਧਿਆਨ ਦੇ ਵਿੱਚ ਰੱਖ ਕੇ ਹੋ ਰਹੀ ਹੈ। ਇਹ ਸਿਆਸਤ ਪੰਜਾਬ ਦੀ ਹੋਂਦ ਦੇ ਨਾਲ ਜੁੜੀ ਹੋਈ ਸਿਆਸਤ ਨਹੀਂ ਹੈ। ਬਾਰ-ਬਾਰ ਇਸ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਗੱਲ ਕੀਤੀ ਹੈ ਕਿ ਸਾਡੇ ਜਿਹੜੇ ਸਿਆਸਤਦਾਨ ਨੇ ਉਹਨਾਂ ਨੂੰ ਹੋਰ ਸੂਝਵਾਨ ਤਰੀਕੇ ਦੇ ਨਾਲ ਵਿਵਹਾਰ ਕਰਨਾ ਚਾਹੀਦਾ, ਤਾਂ ਕਿ ਇਹ ਲੜਾਈ ਜਿਹੜੀ ਹੋਏਗੀ 22 ਵਾਲੀ, ਇਹ ਉਦੋਂ ਬਾਅਦ ਦੇ ਸਵਾਲ ਨੇ। ਪਹਿਲਾਂ ਪੰਜਾਬ ਦਾ ਬੁਨਿਆਦੀ ਸਵਾਲ ਹੈ ਜਿਹਦੇ 'ਚ ਗੱਲ ਕਰਨ ਦੀ ਲੋੜ ਹੈ। ਕਿਸਾਨ ਜਥੇਬੰਦੀਆਂ ਨੂੰ ਵੀ ਬਾਰ-ਬਾਰ ਆਪਣੇ ਜਿਹੜੇ ਕਦਮ ਨੇ ਉਹ ਇਕਜੁੱਟ ਹੋ ਕੇ ਕਿਸ ਤਰੀਕੇ ਨਾਲ ਚਲਾਉਂਦੀਆਂ ਨੇ, ਇਸ ਸਿਆਸਤ ਨੂੰ ਉਹ ਮਾਤ ਦੇ ਸਕਦੀਆਂ ਨੇ ਜਾਂ ਨਹੀਂ, ਉਹਦੇ ਲਈ ਵੀ ਬਹੁਤ ਇੱਕ ਮੌਕਾ ਸੂਝ-ਬੂਝ ਦਾ ਹੋਏਗਾ ਕਿ ਉਹਨੇ ਕਿਵੇਂ ਇਸ ਅੰਦੋਲਨ ਨੂੰ ਅੱਗੇ ਦਿਸ਼ਾ ਦੇਣੀ ਹੈ। ਉਹਦਾ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਜੀ ਹਮੀਰ ਸਿੰਘ ਜੀ, ਜਿਵੇਂ ਹੁਣ ਤੁਸੀਂ ਦੱਸਿਆ ਵੀ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ 3 ਖੇਤੀ ਕਾਨੂੰਨ ਲਿਆਂਦੇ ਸੀ, ਇਹਨਾਂ ਦੇ ਖਿਲਾਫ ਇੱਕ ਭਾਜਪਾ ਨੂੰ ਛੱਡ ਕੇ ਬਾਕੀ ਸਾਰੀ ਪੰਜਾਬ ਦੀ ਸਿਆਸੀ ਪਾਰਟੀਆਂ ਵੱਲੋਂ ਇਕਮੁੱਠ ਹੋ ਕੇ ਜਿਹੜਾ ਸੀਗਾ ਖਿਲਾਫਤ ਕੀਤੀ ਗਈ ਹੈ। ਇਹਦੇ ਖਿਲਾਫ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਤੱਕ ਕੀਤੇ ਗਏ ਨੇ। ਪਰ ਅਸੀਂ ਅੱਜ ਜਾਣਨਾ ਚਾਹਾਂਗੇ ਵੀ ਕਿ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤਿਕ ਪਾਰਟੀਆਂ ਇੱਕ 22 ਦੀ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਇੱਕ ਦੂਜੇ ਤੇ ਦੋਸ਼ ਲਗਾਉਣ ਲੱਗੀਆਂ ਰਹੀਆਂ ਨੇ। ਪਰ ਜੇ ਗੱਲ ਕਰੀਏ ਇਹਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ, ਕਿਸਾਨ ਸੰਘਰਸ਼ ਨੂੰ ਲੈ ਕੇ, ਤਾਂ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਾਬਜ਼ ਕਾਂਗਰਸ ਸਰਕਾਰ ਅਤੇ ਲੰਬਾ ਸਮਾਂ ਪੰਜਾਬ ਦੀ ਸਿਆਸਤ ਵਿੱਚ ਰਹਿ ਚੁੱਕੀ ਸ਼੍ਰੋਮਣੀ ਅਕਾਲੀ ਦਲ ਦਾ ਕੀ ਸਟੈਂਡ ਹੈ? ਬਿਲਕੁਲ, ਉਹ ਜਿਹੜੇ ਬਿੱਲ ਆਏ ਉਹਦੇ 'ਚ ਕਾਂਗਰਸ ਨੇ ਤਾਂ ਆਟੋਮੈਟਿਕਲੀ ਇਹ ਲੱਗਿਆ, ਕਾਂਗਰਸੀਆਂ ਨੂੰ ਮਹਿਸੂਸ ਹੋਣ ਲੱਗ ਗਿਆ ਵੀ ਆਪਾਂ ਤਾਂ ਅਗਲੀਆਂ ਚੋਣਾਂ ਜਿੱਤੇ ਜੀ, ਲੱਡੂ ਵੰਡਾ ਤੇ ਸਾਰਾ ਕੁਝ ਜੇਤੂ ਦੀ ਤਰ੍ਹਾਂ ਆਪਣੇ ਆਪ ਨੂੰ ਪੇਸ਼ ਕੀਤਾ। ਹਾਲਾਂਕਿ ਕੋਈ ਜਿੱਤ ਨਹੀਂ ਹੈ, ਇਹ ਅਜੇ ਲੜਾਈ ਚੱਲ ਰਹੀ ਹੈ। ਲੜਾਈ ਦੀ ਸ਼ੁਰੂਆਤ ਹੈ। ਤੁਸੀਂ ਇੱਕ ਫੈਸਲਾ ਕੀਤਾ ਹੈ, ਘੱਟੋ ਘੱਟ ਉਦੋਂ ਵੱਧ ਕੁਛ ਨਹੀਂ ਹੈ ਇਹ। ਉਹਨਾਂ ਨੂੰ ਬਿੱਲਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਤਾ ਵੀ ਹੈ ਤੇ ਉਹਨਾਂ ਕਿਹਾ ਵੀ ਹੈ ਕਿ ਪ੍ਰੈਜ਼ੀਡੈਂਟ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣ ਦੀ ਚਾਂਸ ਘੱਟ ਨੇ, ਫਿਰ ਇਹ ਹੋਊਗਾ ਜਾਂ ਬਾਕੀ। ਪਰ ਇਹਦੇ ਰਿਐਕਸ਼ਨ ਦੇ ਵਿੱਚ ਫਿਰ ਅਕਾਲੀ ਦਲ ਤੇ ਆਪ ਵੀ ਉਸ ਤਰੀਕੇ ਦੇ ਨਾਲ ਲੱਗ ਗਏ ਨੇ ਦੋਨੋਂ ਚੀਜ਼ਾਂ। ਇਹਨਾਂ ਨੇ ਇਹ ਗਲਤ ਕੰਮ ਕੀਤਾ ਕਿ ਇਹ ਸ਼ੇਰਾ ਲੈਣ ਦੀ ਦੌੜ 'ਚ ਇਕੱਲੇ ਲੈਣਾ ਚਾਹੁੰਦੇ ਨੇ ਕਾਂਗਰਸੀ। ਤੇ ਆਮ ਆਦਮੀ ਪਾਰਟੀ ਇਹ ਕਹਿਣ ਲੱਗ ਗਈ, ਕਿਉਂਕਿ ਆਮ ਆਦਮੀ ਪਾਰਟੀ ਤੇ ਇੱਕ ਪ੍ਰੈਸ਼ਰ ਪੈ ਗਿਆ ਇਸ ਤੋਂ ਬਾਅਦ ਕਿ ਜਿਸ ਤਰ੍ਹਾਂ ਦੇ ਬਿੱਲ ਪੰਜਾਬ ਦੀ ਵਿਧਾਨ ਸਭਾ ਨੇ ਪਾਸ ਕੀਤੇ ਨੇ ਤਾਂ ਉਹ ਦਿੱਲੀ ਦੀ ਵਿਧਾਨ ਸਭਾ ਨੂੰ ਵੀ ਪਾਸ ਕਰਨਾ ਚਾਹੀਦਾ। ਅਰਵਿੰਦ ਕੇਜਰੀਵਾਲ ਨੇ ਜੋ ਟਵੀਟ ਕੀਤੇ, ਉਹ ਟਵੀਟ ਪੰਜਾਬ ਦੀ ਅਸੈਂਬਲੀ ਵੱਲੋਂ ਪਾਸ ਕੀਤੇ ਬਿੱਲਾਂ ਨੂੰ, ਪੰਜਾਬ ਦੇ ਲੋਕਾਂ ਵੱਲੋਂ ਲਏ ਫੈਡਰਲਿਜ਼ਮ ਦੇ ਇੱਕ ਸਟੈਂਡ ਨੂੰ ਮਿੱਟੀ ਘੱਟੇ ਰੋਲਣ ਵਾਲੀ ਟਵੀਟ ਨੇ। ਔਰ ਇਸ ਕਰਕੇ ਉਹਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਦੂਸ਼ਣਬਾਜ਼ੀ 'ਚ ਰੋਲਤਾ। ਤੇ ਪੰਜਾਬ ਦੇ ਬੰਦੇ ਵੀ ਫਿਰ ਉਹ ਜਦੋਂ ਉਹਨਾਂ ਦਾ ਪ੍ਰਧਾਨ ਇਹ ਕਹਿ ਰਿਹਾ, ਕਨਵੀਨਰ ਇਹ ਕਹਿ ਰਿਹਾ, ਜਿਹੜਾ ਕਿ ਡਿਕਟੇਟਰ ਨੁਮਾ ਹੀ ਚੱਲਦੀਆਂ ਨੇ ਪਾਰਟੀਆਂ, ਕਿਉਂਕਿ ਇੱਕ ਬੌਸ ਹੁੰਦਾ ਉੱਪਰ ਪਾਰਟੀ ਦੇ, ਉਹ ਜੋ ਕਹਿੰਦਾ ਉਵੇਂ ਚੱਲਦੀਆਂ ਨੇ। ਔਰ ਹੁਣ ਉਹ ਕਹਿਣ ਲੱਗੇ ਕਿ ਇਹ ਤਾਂ ਕਾਨੂੰਨ ਬਿੱਲ ਹੀ ਹੈ ਨਹੀਂ, ਇਹ ਕੇਂਦਰ ਦੇ ਹੀ ਬਿੱਲ ਨੇ। ਬਿੱਲ ਕੀ ਹੁੰਦਾ ਹੈ, ਘੱਟੋ ਘੱਟ ਇਹਦੇ ਬਾਰੇ ਜਾਣਕਾਰੀ ਲਓ। ਜੇ ਉਹ ਬਿੱਲ ਹੈ, ਉਹ ਬਿੱਲ ਵਿਧਾਨ ਸਭਾ ਨੇ ਪਾਸ ਕਰਤਾ, ਉਸ ਤੋਂ ਬਾਅਦ ਜੇ ਪ੍ਰੈਜ਼ੀਡੈਂਟ ਦੀ ਮਤਲਬ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਹ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤਾ ਕਾਨੂੰਨ ਹੋਏਗਾ, ਉਹ ਹੋਰ ਕੁਝ ਨਹੀਂ ਹੋਏਗਾ। ਕਾਨੂੰਨ ਹੋਰ ਕੀ ਹੁੰਦੇ ਨੇ? ਉਹਦੇ 'ਚ ਐ ਨਹੀਂ ਹੈ ਕਿ ਕੋਈ ਕਮਜ਼ੋਰੀਆਂ ਨਹੀਂ ਹੈ, ਉਹਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਸੀ। ਗੌਰਮੈਂਟ ਨੂੰ ਵੀ ਇਹ ਚਾਹੀਦਾ ਸੀ ਕਿ ਉਹਨਾਂ ਨਾਲ ਪਹਿਲਾਂ ਗੱਲਬਾਤ ਕਰਦੀ, ਬੈਠ ਕੇ ਗੱਲ ਕਰਦੀ, ਤਾਂ ਜ਼ਿਆਦਾ ਮਤਲਬ ਤਾਲਮੇਲ ਇਕਸੁਰਤਾ ਰਹਿ ਜਾਂਦੀ। ਪਰ ਕਿਉਂਕਿ ਜਿਹੜਾ ਇਹ ਕਿਹਾ ਜਾ ਰਿਹਾ, ਅੱਜ ਵੀ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਤੋਂ ਪਹਿਲਾਂ ਮੀਡੀਆ ਨੂੰ ਇੰਟਰਵਿਊਆਂ ਵੀ ਕਾਫੀ ਦਿੱਤੀਆਂ ਨੇ, ਜਿਹੜੇ ਉਹ ਕਹਿ ਰਹੇ ਨੇ ਕਿ ਅਸੀਂ ਪੜ੍ਹਿਆ ਹੀ ਨਹੀਂ ਗਿਆ ਜੀ, ਸਾਨੂੰ ਮੌਕਾ ਨਹੀਂ ਦਿੱਤਾ। ਤਾਂ 7 ਬੰਦੇ ਤੁਹਾਡੇ ਕਾਹਦੇ ਤੇ ਬੋਲਦੇ ਰਹੇ ਉੱਥੇ ਵਿਧਾਨ ਸਭਾ ਦੇ ਵਿੱਚ? ਆਮ ਆਦਮੀ ਪਾਰਟੀ ਦੇ 6-7 ਬੰਦੇ ਕਾਹਦੇ ਤੇ ਬੋਲਦੇ ਰਹੇ ਉਹਦੇ? ਫਿਰ ਜੇ ਉਹਨੇ ਬਿੱਲ ਨਹੀਂ ਪੜ੍ਹਿਆ, ਜਿਹੜਾ ਬਿੱਲ 10 ਮਿੰਟਾਂ 'ਚ ਹੈ, ਜਿਹੜੇ ਆਪ ਕਹਿੰਦੇ ਆ ਕਿ ਇਹ ਉਹਨਾਂ ਹੀ ਬਿੱਲਾਂ 'ਚ ਸੋਧ ਹੈ ਜੀ, ਆਪਦੇ ਨਹੀਂ ਬਣਾਏ, ਉਹ ਤਾਂ ਉਹਦੇ ਟਾਈਟਲ ਤੋਂ ਹੀ ਪਤਾ ਲੱਗ ਰਿਹਾ। ਉਹਦੇ ਟਾਈਟਲ ਤੋਂ ਤਿੰਨੇ ਉਹ ਬਿੱਲਾਂ 'ਚ ਸਪੈਸ਼ਲ ਪ੍ਰੋਵੀਜ਼ਨ ਅਮੈਂਡਮੈਂਟ ਬਿੱਲ ਹੈ।
ਇੰਨਾ ਵੀ ਨਹੀਂ, ਡੇਢ ਲਾਈਨ ਪੜ੍ਹਨੀ ਨਹੀਂ ਆਈ ਕਿਸੇ ਐਮਐਲਏ ਨੂੰ, ਤੁਹਾਡੇ ਨੂੰ ਜਾਂ ਤੁਹਾਨੂੰ, ਉਹ ਬਾਹਰ ਵੀ ਪਤਾ ਲੱਗ ਗਿਆ ਸੀ। ਇਸ ਤੋਂ ਬਾਅਦ ਤੁਸੀਂ ਜਾ ਕੇ ਉਹਨਾਂ ਨੂੰ ਮੈਸੇਜ ਦੇ ਦਿੰਦੇ। ਇਸ ਕਰਕੇ ਇਹ ਸਾਰਾ ਬਹੁਤ ਬੋਗਸ ਤੇ ਬਹੁਤ ਹਲਕੇ ਕਿਸਮ ਦੀਆਂ ਦਲੀਲਾਂ ਜਿਹੜੀਆਂ ਪੇਸ਼ ਕੀਤੀਆਂ ਜਾ ਰਹੀਆਂ ਨੇ। ਇਹਦੇ 'ਚੋਂ ਪੰਜਾਬ ਨਾਲ ਗੰਭੀਰਤਾ ਜਾਂ ਕਮਿਟਮੈਂਟ ਨਹੀਂ। ਔਰ ਉਹ ਕਹਿ ਰਹੇ ਨੇ ਅਸੀਂ ਪੰਜਾਬ ਨੂੰ ਮੰਡੀ ਐਲਾਨ ਦੇਵਾਂਗੇ। ਐਮਐਸਪੀ ਕਿਉਂ ਨਹੀਂ ਡਿਕਲੇਅਰ ਕੀਤੀ ਪੰਜਾਬ ਦੀ? 74,000 ਕਰੋੜ ਦਾ ਸਾਰਾ ਰੈਵਨਿਊ ਹੈ ਪੰਜਾਬ ਦਾ, ਲਗਭਗ 65 ਤੋਂ 70,000 ਕਰੋੜ ਕਣਕ ਤੇ ਝੋਨੇ ਦੀ ਖਰੀਦ ਲਈ ਚਾਹੀਦਾ ਹੈ। ਤੁਸੀਂ ਇਹ ਕਹਿ ਕੇ ਗਵਰਨਮੈਂਟ ਆਫ ਇੰਡੀਆ ਨੂੰ, ਮੋਦੀ ਨੂੰ ਬਰੀ ਕਰਨ ਦੀ ਟਰਾਈ ਕਰ ਰਹੇ ਹੋ ਕਿ ਸਟੇਟ ਗਵਰਨਮੈਂਟ ਆਪ ਹੀ ਖਰੀਦ ਲੇ। ਨਾ ਕਿਸੇ ਸਟੇਟ ਗਵਰਨਮੈਂਟ ਦੀ ਇਹ ਔਕਾਤ ਹੈ। ਹਕੀਕਤ ਇਹ ਹੈ ਕਿ ਉਹ ਸਾਰੀ ਫਸਲ ਆਪ ਖਰੀਦੇ, ਔਰ ਜੇ ਕਿਸੇ ਦੀ ਮਾੜੀ ਮੋਟੀ ਹੋਏਗੀ ਵੀ ਤਾਂ ਉਹਦਾ ਕਰੇਗਾ ਕਿ ਅਸੀਂ ਸਾਰਾ ਗਵਰਨਮੈਂਟ ਆਫ ਇੰਡੀਆ ਦੇ ਬਿਹਾਫ ਤੇ ਖਰੀਦ ਰਹੇ ਨੇ, ਜਿਹੜੇ ਵੀ ਸਾਡੇ ਖਰੀਦ ਰਹੇ ਨੇ। ਨਾਲੇ ਉਹਨੂੰ ਖੁੱਲੀ ਛੂਟ ਕਿਉਂ ਦਿੱਤੀ ਜਾਏ? ਤੁਸੀਂ ਇਸ ਸਟਰਗਲ 'ਚੋਂ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਗਵਰਨਮੈਂਟ ਆਫ ਇੰਡੀਆ ਭੱਜ ਕਿਵੇਂ ਜਾਏਗੀ? ਸਾਡੇ ਟੈਕਸਾਂ ਨੂੰ ਲਿਜਾ ਕੇ GST ਦੇ ਥਰੂ ਸਾਰਾ ਤੁਸੀਂ ਆਪਦਾ ਖਜ਼ਾਨਾ ਭਰ ਰਹੇ ਹੋ, ਤੇ ਮੋੜਵੇਂ ਰੂਪ ਦੇ ਵਿੱਚ ਸਾਨੂੰ ਤੁਸੀਂ ਐਂ ਛੱਡ ਦੋਗੇ ਕਿ ਸਾਡੀ ਖਰੀਦੋਗੇ ਨਹੀਂ। ਸਟੈਂਡ ਇਹ ਹੋਣਾ ਚਾਹੀਦਾ, ਨਾ ਕਿ ਸਟੈਂਡ ਇਹ ਫਿਰ ਆਪਾਂ ਖਰੀਦੋ। ਆਪਾਂ ਤੁਸੀਂ ਕਿੱਥੋਂ ਖਰੀਦ ਲਓਗੇ? ਤੁਸੀਂ ਆਪਣੇ ਆਪ ਉਹਨੂੰ ਬਰੀ ਮਤ ਕਰੋ। ਤੁਸੀਂ ਉਸ 'ਤੇ ਸਟੈਂਡ ਪਰਪੱਕ ਬਣਾਓ, ਇੱਕ ਏਕਾ ਪਰਪੱਕ ਬਣਾਓ, ਕੱਲਾ ਇੱਥੇ ਨਾ ਬਣਾਓ, ਪੂਰੇ ਦੇਸ਼ 'ਚ ਬਣਾਓ। ਅਕਾਲੀ ਦਲ ਦੀ ਜਿਹੜੀ ਪਹਿਲੀ ਕੋਰ ਕਮੇਟੀ ਦੀ ਮੀਟਿੰਗ ਸੀ, ਜਦੋਂ ਯੂ ਟਰਨ ਲਿਆ, ਜਦੋਂ ਹਰਸਿਮਰਤ ਦਾ ਅਸਤੀਫਾ ਹੋਇਆ ਤੇ ਇਹਦੇ 'ਚੋਂ ਬਾਹਰ ਨਿਕਲਣ ਦਾ, ਇੰਡੀਆ 'ਚੋਂ ਬਾਹਰ ਫੈਸਲਾ ਹੋਇਆ, ਉਦੋਂ ਇੱਕ ਕਮੇਟੀ ਬਣਾਈ ਕਿ ਅਸੀਂ ਦੇਸ਼ ਭਰ ਦੇ ਵਿੱਚ ਜਿਹੜੀਆਂ ਫੈਡਰਲਿਜ਼ਮ ਦੀਆਂ ਪਾਰਟੀਆਂ ਨੇ ਉਹਨਾਂ ਦੀ ਮੀਟਿੰਗ ਕਰਾਂਗੇ। ਉਹ ਕਿੱਥੇ ਗਈ? ਉਹ ਵਾਪਸ ਲੈ ਲਿਆ ਫੈਸਲਾ। ਉਹਦੇ 'ਤੇ ਕੋਈ ਕਾਰਵਾਈ ਉਸ ਲੈਵਲ 'ਤੇ ਨਹੀਂ ਹੋ ਰਹੀ। ਔਰ ਮੈਨੂੰ ਤਾਂ ਇਹ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਜੇ ਜ਼ਿਆਦਾ ਸੁਹਿਰਦ ਨੇ ਉਸ ਪੱਧਰ 'ਤੇ, ਤਾਂ ਉਹਨਾਂ ਨੂੰ ਵੀ ਕਿਉਂ ਆਲ ਇੰਡੀਆ ਦੇ ਉਹਨਾਂ ਪਾਰਟੀਆਂ ਦੀ ਮੀਟਿੰਗ ਨਹੀਂ ਬੁਲਾਈ ਜਾਂਦੀ, ਜਾਂ ਉਹਨਾਂ ਚੀਫ ਮਿਨਿਸਟਰਾਂ ਦੀ ਮੀਟਿੰਗ ਨਹੀਂ ਬੁਲਾਈ ਜਾਂਦੀ ਜਿਹੜੇ ਇਹਨਾਂ ਦੇ ਖਿਲਾਫ ਨੇ? ਔਰ ਜੇ ਨਹੀਂ ਕਰਦੇ ਤਾਂ ਤੁਸੀਂ ਕੇਵਲ ਬਹੁਤ ਸੀਮਤ ਸਟੈਂਡ ਨਾਲ ਹੋ ਕਿ ਇੱਥੇ ਗੱਲ ਕਰ ਰਹੇ ਹੋ। ਔਰ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਮਿਲ ਕੇ ਇੱਕ ਆਲ ਪਾਰਟੀ ਮੀਟਿੰਗ ਦੁਬਾਰਾ ਬੁਲਾ ਲੈਣ, ਚਾਹੇ ਉਹ ਮਿਲ ਕੇ ਦਿੱਲੀ ਦੇ ਖਿਲਾਫ ਇੱਕ ਜਨਤਕ ਸਟਰਗਲ ਸ਼ੁਰੂ ਕਰਨੀ ਚਾਹੀਦੀ ਹੈ ਕਿਸਾਨੀ ਦੇ ਨਾਲ। ਜਨਤਕ ਸਟਰਗਲ ਕਿਸਾਨੀ ਤੇ ਛੱਡਤੀ। ਤੁਸੀਂ ਬੈਠ ਕੇ ਕਾਨਫਰੰਸਾਂ ਕਰਕੇ ਇੱਕ ਦੂਜੇ ਨਾਲ ਬਸ ਨੋਕ ਝੋਕ ਕਰੋ। ਤੁਸੀਂ, ਤੁਹਾਡੀਆਂ ਸਿਆਸੀ ਪਾਰਟੀਆਂ ਕੀ ਕਰ ਰਹੀਆਂ ਨੇ? ਉਹ ਬੰਦੇ ਇਕੱਠੇ ਕਰਨ, ਕੇਂਦਰ ਨਾਲ ਪੋਲੀਟੀਕਲ ਲੜਾਈ ਲੜਨ। ਹਮੀਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਰਾਜਨੀਤਿਕ ਪਾਰਟੀਆਂ ਨੂੰ ਇਕੱਠੇ ਹੋ ਕੇ ਕੇਂਦਰ ਦੇ ਖਿਲਾਫ ਜਿਹੜਾ ਸੀਗਾ ਕੋਈ ਮੁਹਿੰਮ ਚਲਾਉਣ ਲਈ ਜਾਂ ਕੋਈ ਸੰਘਰਸ਼ ਲਈ ਇੱਕ ਆਲ ਪਾਰਟੀ ਮੀਟਿੰਗ ਕਰਨੀ ਚਾਹੀਦੀ ਸੀ। ਇਹ ਰਾਜਨੀਤਿਕ ਪਾਰਟੀਆਂ ਤਾਂ ਨਹੀਂ ਕਰ ਸਕੀ, ਪਰ 27 ਜਿਹੜਾ ਅਕਤੂਬਰ ਨੂੰ ਹੈਗੀਆਂ ਪੰਜਾਬ ਦੇਸ਼ ਭਰ ਦੀਆਂ 500 ਤੋਂ ਵੱਧ ਜਥੇਬੰਦੀਆਂ ਵੱਲੋਂ ਦਿੱਲੀ ਦੇ ਵਿੱਚ ਇੱਕ ਮੀਟਿੰਗ ਸੱਦੀ ਜਾ ਰਹੀ ਹੈ, ਜਿਹੜੀ ਕਿ ਇਸ ਸੰਘਰਸ਼ ਦੀ ਅਗਲੀ ਰੂਪਰੇਖਾ ਤਿਆਰ ਕਰੇਗੀ। ਵੀ ਕਿ ਇਸ ਸੰਘਰਸ਼ ਨੂੰ ਪੰਜਾਬ, ਹਰਿਆਣਾ ਸਮੇਤ ਕੁਝ ਜਿਹੜੇ ਸੂਬਿਆਂ ਤੋਂ ਲੈ ਕੇ ਕੱਢ ਕੇ ਜਿਹੜਾ ਹੈਗਾ ਦੇਸ਼ ਭਰ ਤੱਕ ਇਹਨਾਂ ਨੂੰ ਲੈ ਕੇ ਜਾਇਆ ਜਾਏਗਾ। ਉਸ ਬਾਰੇ ਤੁਸੀਂ ਕਿਵੇਂ ਦੇਖਦੇ ਹੋ? ਬਿਲਕੁਲ, ਇਹ ਇੱਕ ਹਾਂ ਪੱਖੀ ਸਟੈਪ ਹੈ। ਪਹਿਲਾਂ ਤੋਂ ਹੀ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ 28 29 ਜਥੇਬੰਦੀਆਂ ਇਕੱਠੀਆਂ ਨੇ, ਉਹਨਾਂ ਨੇ ਫੈਸਲਾ ਲਿਆ। ਅੱਜ ਉਹਨਾਂ ਨੇ ਆਪਣੀ ਮੀਟਿੰਗ ਕੀਤੀ ਹੈ ਦਿੱਲੀ ਦੇ ਵਿੱਚ, ਤੇ ਕੱਲ੍ਹ ਨੂੰ ਆਲ ਇੰਡੀਆ ਲੈਵਲ ਦੀਆਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ, ਤਾਂ ਕਿ ਸੰਘਰਸ਼ ਇਕੱਲਾ ਪੰਜਾਬ ਦੇ ਨਾਲ ਨਹੀਂ ਇਹ ਸੰਬੰਧਿਤ, ਇਹ ਓਵਰਆਲ ਹੀ ਕਿਸਾਨੀ ਦੇ ਡਿਵੈਲਪਮੈਂਟ ਦੇ ਮਾਡਲ 'ਤੇ ਵੀ ਇੱਕ ਕੁਐਸਚਨ ਜਿਹੜਾ ਮਾਰਕ ਲੱਗਿਆ ਹੋਇਆ। ਔਰ ਉਸ ਨਾਲ ਕੀ ਹੋਏਗਾ ਕਿ ਜਿੱਥੇ ਕਿਤੇ ਵੱਖ-ਵੱਖ ਜਗ੍ਹਾ ਸੰਘਰਸ਼ ਥੋੜ੍ਹਾ ਜਿਹਾ ਪੰਜਾਬ ਨੰਬਰ ਲੈ ਕੇ ਗਿਆ, ਤੇ ਇਹਦਾ ਇੱਥੇ ਜ਼ਿਆਦਾ ਸੰਘਰਸ਼ ਹੈ। ਆਜ਼ਾਦੀ ਦੇ ਵੇਲੇ ਵੀ ਇਹੀ ਸੀ ਕਿ ਪੰਜਾਬ ਤੇ ਬੰਗਾਲ 'ਚ ਸੰਘਰਸ਼ ਜ਼ਿਆਦਾ ਤੇਜ਼ ਸੀ, ਕੁਰਬਾਨੀਆਂ ਜ਼ਿਆਦਾ ਸੀ, ਪਰ ਇਹ ਨਹੀਂ ਸੀ ਕਿ ਦੇਸ਼ 'ਚ ਸੰਘਰਸ਼ ਨਹੀਂ। ਹੁਣ ਵੀ ਜੇ ਫੈਡਰਲਿਜ਼ਮ ਦਾ ਜਿਹੜਾ ਕੁਐਸਚਨ ਹੈ ਵੱਡੇ ਪੱਧਰ ਦੇ ਉੱਤੇ, ਔਰ ਜੇ ਮਮਤਾ ਬੈਨਰਜੀ ਵੀ ਫੈਡਰਲਿਜ਼ਮ ਦਾ ਕੁਐਸਚਨ ਉਠਾ ਰਹੀ ਹੈ, ਉਧਵ ਠਾਕਰੇ ਵੀ ਉਠਾ ਰਿਹਾ ਹੈ, ਇਹ ਕਾਂਗਰਸ ਦੀਆਂ ਗੌਰਮੈਂਟਾਂ ਜਾਂ 11 ਰਾਜਾਂ ਦੇ ਵਿੱਚ ਇਹ ਗੱਲ ਚੱਲ ਰਹੀ ਹੈ, ਤਾਂ ਜੇ ਉਹ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਨੇ ਔਰ ਉੱਥੇ ਵੀ ਅੰਦੋਲਨ ਤੇਜ਼ ਹੁੰਦਾ ਹੈ, ਇਹ ਸਾਰਾ ਰਲ ਮਿਲ ਕੇ ਜਿਹੜਾ 5 ਤਰੀਕ ਨੂੰ ਬੰਦ ਦਾ ਸੱਦਾ ਦਿੱਤਾ ਗਿਆ, ਜੇ ਉੱਥੇ ਫੈਸਲਾ ਸਾਰੀਆਂ ਕਰ ਲੈਂਦੀਆਂ ਨੇ ਬੰਦ ਕਰਾਂਗੇ, ਤਾਂ ਉਹਦਾ ਇੰਪੈਕਟ ਪਏਗਾ। ਤਾਂ ਦੇਸ਼ ਪੱਧਰ ਦੇ ਉੱਤੇ ਇੱਕ ਬਹੁਤ ਬੜਾ ਅੰਦੋਲਨ ਜਿਹੜਾ ਹੋਏਗਾ। ਔਰ ਪਰ ਉਹਦੇ ਵਿੱਚ ਇੱਕ ਸਟ੍ਰੈਟਜੀ, ਉਹਦੇ 'ਚ ਰਣਨੀਤੀ ਦਾ ਇੱਕ ਕੁਐਸਚਨ ਹੈ। ਰਣਨੀਤੀ ਦਾ ਕੁਐਸਚਨ ਇਹ ਹੈ ਕਿ ਹਰ ਅੰਦੋਲਨ ਦੀ ਇੱਕ ਸਿਆਸਤ ਹੁੰਦੀ ਹੈ। ਇਹ ਕਿਹੜੀ ਸਿਆਸਤ ਨੂੰ ਪਰਨਾਇਆ ਅੰਦੋਲਨ ਹੋਏਗਾ, ਇਹ ਮੈਸੇਜ ਜਾਣ ਦਾ ਸਵਾਲ ਹੈ। ਜਿਵੇਂ ਫੈਡਰਲਿਜ਼ਮ ਉੱਭਰ ਕੇ ਆ ਰਿਹਾ ਹੈ, ਰਾਜਾਂ ਨੂੰ ਵੱਧ ਅਧਿਕਾਰ ਦਾ ਮੁੱਦਾ ਪੰਜਾਬ ਦੇ ਵਿੱਚ, ਤਾਂ ਜਥੇਬੰਦੀਆਂ ਨੇ ਵੀ ਇਹਨੂੰ ਗੱਲ ਕੀਤੀ ਹੈ। ਜਿਹੜਾ ਮੈਮੋਰੈਂਡਮ ਦਿੱਤਾ ਗਿਆ ਕੇਂਦਰ ਸਰਕਾਰ ਨੂੰ, ਉਹਦੇ 'ਚ ਵੀ ਗੱਲ ਹੈ ਕਾਫੀ ਜਥੇਬੰਦੀਆਂ ਦੇ 'ਚ, ਇੱਕ ਅੱਧੀ ਜਥੇਬੰਦੀ ਨੂੰ ਛੱਡ ਕੇ। ਪਰ ਪੂਰੇ ਦੇਸ਼ ਦੇ ਵਿੱਚ ਵੀ ਜੇ ਇੱਕ ਫੈਡਰਲਿਜ਼ਮ ਦਾ ਏਜੰਡਾ, ਫੈਡਰਲਿਜ਼ਮ ਦੇ ਨਾਲ ਦੀ ਨਾਲ ਦੂਜਾ ਲੋਕਾਂ ਨੂੰ ਤਾਕਤਵਰ ਬਣਾਉਣ ਦਾ ਵੀ, ਇਕੱਲਾ ਫੈਡਰਲਿਜ਼ਮ ਨਹੀਂ ਕਿ ਚੰਡੀਗੜ੍ਹ ਤਾਕਤ ਰੁਕ ਜੇ ਆ ਕੇ, ਤੇ ਲੋਕਾਂ ਨੂੰ ਜੇ ਗ੍ਰਾਮ ਸਭਾਵਾਂ ਨੂੰ, ਵਾਰਡ ਸਭਾਵਾਂ ਨੂੰ, ਉਹਦੇ ਰਾਹੀਂ ਲੋਕਾਂ ਨੂੰ ਫੈਸਲਾਕੁਨ ਹਿੱਸੇਦਾਰੀ ਦਿੱਤੀ ਜਾਏਗੀ। ਤੇ ਤੀਜਾ ਸਵਾਲ, ਜੇ ਕਿਸਾਨੀ ਨੇ ਬਚਣਾ, ਕਿਸਾਨੀ ਦੇ ਫਸਲਾਂ ਦਾ ਮੁੱਲ ਮਿਲਣਾ ਉਸੇ ਪੱਧਰ ਦੇ ਉੱਤੇ, ਉਹਦੇ ਨਾਲ ਜੁੜਿਆ ਹੋਇਆ ਭਾਰਤ, ਪਾਕਿਸਤਾਨ ਤੇ ਦੱਖਣੀ ਏਸ਼ੀਆ ਦੇ ਪੂਰੇ ਦੇਸ਼ਾਂ ਦੇ ਵਿੱਚ ਆਪਸੀ ਗੱਲਬਾਤ ਸੁਰੇ,
ਤੇ ਜਿੰਨੇ ਬਾਰਡਰ ਨੇ ਨਾਲ ਲੱਗਦੇ ਉਹ ਮੋਕਲੇ ਹੋਣ, ਉੱਥੋਂ ਦੇ ਵਪਾਰ ਚੱਲੇ ਤੇ ਵਪਾਰ ਜ਼ਿਆਦਾ ਸ਼ੁਰੂ ਹੋਏਗਾ ਤਾਂ ਆਦਾਨ ਪ੍ਰਦਾਨ ਜ਼ਿਆਦਾ ਹੋਏਗਾ। ਅਸੀਂ ਆਪਣੀਆਂ ਫਸਲਾਂ ਦਾ ਵੀ ਤੇ ਇੰਪਲਾਇਮੈਂਟ ਵੀ, ਰੁਜ਼ਗਾਰ ਵੀ ਉਸ ਪਾਸੇ ਵੱਲ ਚੱਲੇਗਾ। ਔਰ ਇਹਦੇ ਨਾਲ ਅਗਲੀ ਗੱਲ ਇਹ ਹੈ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਫਸਲਾਂ, ਖੇਤੀ ਤਾਂ ਜੀ ਪਿਛੜਿਆ, ਸਭ ਤੋਂ ਪਿੱਛੇ ਧੰਦਾ ਹੋ ਗਿਆ, ਇਹ ਹੁਣ ਮੇਨ ਧੰਦਾ ਨਹੀਂ ਰਿਹਾ ਔਰ ਇਹ ਪੁਰਾਣੀਆਂ ਗੱਲਾਂ ਹੋ ਗਈਆਂ। ਫਿਊਚਰ ਦੇ ਵਿੱਚ ਉਦਯੋਗ ਰੁਜ਼ਗਾਰ ਨਹੀਂ ਦੇ ਰਿਹਾ, ਫਿਊਚਰ ਦੇ ਵਿੱਚ ਸਰਵਿਸ ਖੇਤਰ ਵੀ ਉਸ ਪੱਧਰ ਤੇ ਰੁਜ਼ਗਾਰ ਨਹੀਂ ਦੇ ਰਿਹਾ। ਖੇਤੀ ਚੋਂ ਕੱਢ ਕੇ ਬੰਦਿਆਂ ਨੂੰ ਕਿੱਧਰ ਲੈ ਕੇ ਜਾਣਾ ਹੈ, ਇਹ ਸਵਾਲ ਦੇਸ਼ ਪੱਧਰ ਦੇ ਅਰਥ ਸ਼ਾਸਤਰੀਆਂ ਨੂੰ, ਲੋਕਾਂ ਨੂੰ ਦੱਸਣਾ ਪਏਗਾ, ਜਵਾਬ ਦੇਣਾ ਪਏਗਾ। ਇਸ ਲਈ ਸੰਘਰਸ਼ ਕਾਫੀ ਗੰਭੀਰਤਾ ਦੀ ਗੱਲ ਕਰਦਾ ਹੈ। ਇੱਕ ਉਸ ਪਾਸੇ ਜਥੇਬੰਦੀਆਂ ਨੂੰ ਜਾਣਾ, ਦੂਜਾ ਇਹਨੂੰ ਸਾਰੇ ਕਿਸਾਨਾਂ ਨੂੰ ਨਾਲ ਲੈ ਕੇ ਕਿਵੇਂ ਚੱਲਣਾ ਹੈ। ਕਿਸਾਨੀ ਤੋਂ ਇਲਾਵਾ ਸਾਰੇ ਦਲਿਤ ਭਾਈਚਾਰੇ ਨੂੰ, ਸਾਰੇ ਛੋਟੇ ਵਪਾਰੀਆਂ ਨੂੰ, ਹੋਰਾਂ ਕਿੱਤਿਆਂ ਕਰਨ ਵਾਲਿਆਂ ਨੂੰ, ਸਭ ਲੋਕਾਂ ਨੂੰ ਨਾਲ ਕਿਵੇਂ ਲੈਣਾ ਹੈ। ਇਹਦੇ ਲਈ ਨਵੀਂ ਸ਼ਬਦਾਵਲੀ, ਨਵੀਂ ਵਾਕੰਤ ਤੇ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਲਗਾਤਾਰ ਸੋਚਣੀਆਂ ਪੈਣਗੀਆਂ। ਇਹ ਬੁੱਧੀਜੀਵੀਆਂ ਦਾ ਵੀ ਕੰਮ ਹੈ ਕਿ ਉਹ ਸੰਵਾਦ ਰਚਾਉਣ ਬਾਕੀ ਦੇ ਨਾਲ। ਔਰ ਜਿਹੜੇ ਵੀ ਟਕਰਾਅ ਨੇ, ਬਿਨਾਂ ਸ਼ੱਕ ਸਾਡੀ ਸੁਸਾਇਟੀ ਇੱਕੋ ਜਿਹੀ ਨਹੀਂ ਹੈ, ਉਹਦੇ 'ਚ ਆਪਸੀ ਕੰਟਰਾਡਿਕਸ਼ਨਾਂ ਨੇ। ਦਲਿਤ ਵਰਸਸ ਜੱਟ ਵੀ ਕੁਛ ਹੈਗੀਆਂ ਨੇ, ਔਰਤ ਦੇ ਮਾਮਲੇ 'ਚ ਕਿੰਨੀਆਂ ਹੀ ਨੇ। ਜਿਹੜੇ ਔਰਤਾਂ ਹੁਣ ਆ ਰਹੀਆਂ ਨੇ ਸੰਘਰਸ਼ 'ਚੋਂ, ਅਲੱਗ ਸਵਾਲ ਹੈ, ਪਰ ਉਹਨਾਂ ਨੂੰ ਲੀਡਰਸ਼ਿਪ ਦੇ ਵਿੱਚ ਤੇ ਫੈਸਲੇ ਕਰਨ ਦੇ ਵਿੱਚ ਕਿੰਨਾ ਸ਼ਾਮਲ ਕਿਵੇਂ ਕੀਤਾ ਜਾਣਾ ਹੈ, ਇਹ ਸਾਰੀਆਂ ਜਿਹੜੀਆਂ ਆਪਾਂ ਵਿਰੋਧੀ ਚੀਜ਼ਾਂ ਨੇ ਵਿੱਚ, ਉਹਨਾਂ ਸਾਰੀਆਂ ਨੂੰ ਕਿਵੇਂ ਰਿਜ਼ੋਲਵ ਕਰਨਾ, ਹੱਲ ਕਰਨਾ ਹੈ। ਇਹ ਹੱਲ ਵਾਲੇ ਪਾਸੇ ਤੁਰਨਾ ਪਏਗਾ ਕਿਸਾਨ ਜਥੇਬੰਦੀਆਂ ਨੂੰ ਵੀ, ਸਿਆਸਤਦਾਨਾਂ ਨੂੰ ਵੀ ਤੇ ਬੁੱਧੀਜੀਵੀਆਂ ਨੂੰ, ਸਭ ਨੂੰ ਮਿਲ ਕੇ ਇੱਕ ਸਾਂਝੀ ਰਣਨੀਤੀ ਤੇ ਆਉਣਾ ਪਏਗਾ। ਹਮੀਰ ਸਿੰਘ ਜੀ, ਜਿਵੇਂ ਹੁਣ ਤੁਸੀਂ ਦੱਸਿਆ ਹੈ ਵੀ ਕਿ ਇਸ ਜਿਹੜੇ ਕਿਸਾਨੀ ਸੰਘਰਸ਼ ਨੂੰ ਕਾਮਯਾਬ ਕਰਨ ਲਈ ਸਾਰੀ ਕਿਸਾਨ ਜਥੇਬੰਦੀਆਂ ਨੂੰ, ਮਜ਼ਦੂਰ, ਵਪਾਰੀਆਂ, ਦਲਿਤ ਸਮਾਜ ਹੋ ਗਿਆ, ਹਰ ਵਰਗ ਦੇ ਲੋਕਾਂ ਨੂੰ, ਹਰ ਤਬਕੇ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਪਏਗਾ, ਤਾਂ ਇਹ ਸੰਘਰਸ਼ ਜਿਹੜਾ ਹੈਗਾ ਕਾਮਯਾਬ ਹੋ ਸਕਦਾ। ਪਰ ਜੇਕਰ ਗੱਲ ਕਰੀਏ ਅਸੀਂ ਪੰਜਾਬ ਦੇ ਵਿੱਚ ਇੱਕ ਰੇਲ ਪਟਰੀਆਂ ਰੋਕਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵਿੱਚ ਆਪਸ 'ਚ ਨੋਕ-ਝੋਕ, ਮਤਭੇਦ ਜਿਹੜੇ ਹੈਗੇ ਸ਼ੁਰੂ ਹੋ ਚੁੱਕੇ ਨੇ। ਤੁਹਾਨੂੰ ਲੱਗਦਾ ਹੈ ਵੀ ਕਿ ਇਹ ਪੰਜਾਬ ਦੇ ਵਿੱਚੋਂ ਸੰਘਰਸ਼ ਸ਼ੁਰੂ ਹੋਇਆ ਸੀ, ਪਰ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਕੁਝ ਜਿਹੜੀ ਹੈਗੀ ਹੈ ਗਰੁੱਪਿਜ਼ਮ ਜਿਹੜੀ ਹੈਗੀ ਦਿਖਾਈ ਦੇਣ ਲੱਗੀ ਹੈ, ਇਹ ਦੇਸ਼ ਪੱਧਰ ਤੱਕ ਇਹ ਸੰਘਰਸ਼ ਪਹੁੰਚ ਸਕੇਗਾ? ਨਹੀਂ, ਵੱਡੇ ਪੱਧਰ ਤੇ ਕਿਸਾਨ ਜਥੇਬੰਦੀਆਂ ਇੱਕ ਸਟੈਂਡ ਲੈਂਦੀਆਂ ਰਹੀਆਂ ਕਾਫੀ ਹੱਦ ਤੱਕ, ਕਿਉਂਕਿ ਉਹ ਵੀ ਲੋਕਾਂ ਦਾ ਦਬਾਅ ਹੈ। ਲੋਕਾਂ ਨੂੰ ਇਹ ਲੱਗ ਰਿਹਾ ਕਿ ਇਕੱਲੇ ਕੁਝ ਨਹੀਂ ਹੋਏਗਾ, ਮਿਲ ਕੇ ਚੱਲੋ। ਪਰ ਅਜੇ ਬਾਕੀ ਜਥੇਬੰਦੀਆਂ ਇਕੱਠੀਆਂ ਨੇ, ਦੋ ਜਥੇਬੰਦੀਆਂ ਆਪਣਾ ਸਟੈਂਡ ਲੈ ਰਹੀਆਂ ਨੇ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਸਤਨਾਮ ਪੰਨੂ ਵਾਲੀ। ਪਰ ਬਿਹਤਰ ਇਹੀ ਹੈ ਕਿ ਤਾਲਮੇਲ ਐਕਸ਼ਨ ਅਲੱਗ ਚੀਜ਼ ਹੈ। ਚੰਗੀ ਗੱਲ ਇਹ ਹੈ ਕਿ ਤੁਸੀਂ ਉਸ ਕਮੇਟੀ 'ਚ ਆਓ, ਕੋਰ ਗਰੁੱਪਾਂ 'ਚ ਆਓ, ਕੋਰ ਗਰੁੱਪ ਬੈਠ ਕੇ ਜੋ ਫੈਸਲਾ ਕਰਨਗੇ ਉਹ ਫੈਸਲਾ ਹੋ ਜਾਂਦਾ ਉਸ ਪੱਧਰ ਤੇ। ਤਾਲਮੇਲ ਐਕਸ਼ਨ ਤੋਂ ਵਾਧੂ ਤੁਹਾਡੇ ਕੋਲ ਤਾਕਤ ਹੈ ਜੀ, ਸਾਡੇ ਕੋਲ ਇਕੱਠ ਨਾਲੋਂ ਵੱਡੀ ਤਾਕਤ ਕਿਸੇ ਇਕੱਲੇ ਕੋਲ ਨਹੀਂ ਹੋ ਸਕਦੀ। ਇਹ ਆਪਸੀ ਦਿਮਾਗ ਦੇ ਵਿੱਚ ਕਈ ਵਾਰ ਜ਼ਿਆਦਾ ਅਹਿਮ ਹੰਕਾਰ ਉਸ ਲੈਵਲ ਦਾ ਹੋ ਜਾਂਦਾ ਹੈ। ਔਰ ਜਿੱਡੀਆਂ ਵੱਡੀਆਂ ਜਥੇਬੰਦੀਆਂ ਹੋਣਗੀਆਂ ਉਹਨਾਂ ਦਾ ਉਨਾ ਇਕੱਠ 'ਚ ਵੀ ਪ੍ਰਭਾਵ ਉਨਾ ਹੀ ਜ਼ਿਆਦਾ ਹੋਊਗਾ। ਇਸ ਕਰਕੇ ਇਹਦੇ 'ਚੋਂ ਇਹ ਦਿਖਾਈ ਦੇਣਾ ਕਿ ਕੌਣ ਤਾਕਤਵਰ ਹੈ, ਕੌਣ ਨਹੀਂ, ਸਵਾਲ ਇਹ ਨਹੀਂ। ਵੱਡਾ ਸਵਾਲ ਇਹ ਹੈ ਕਿ ਪੰਜਾਬ ਨੂੰ ਫਾਇਦਾ, ਪੰਜਾਬ ਦੇ ਲੋਕਾਂ ਨੂੰ ਕਿਵੇਂ ਇਨਵੋਲਵ ਕਰਨਾ ਹੈ। ਦੂਜੀ ਗੱਲ ਇਹ ਹੈ ਕਿ ਇਹ ਸਾਰੀਆਂ ਜਥੇਬੰਦੀਆਂ ਇਕਜੁੱਟ ਹੋ ਕੇ ਫੈਸਲੇ ਕਰਨ ਲੱਗਣ। ਔਰ ਜੇ ਕੋਈ ਜਥੇਬੰਦੀ ਏਕੇ ਨੂੰ ਤੋੜ ਕੇ ਆਪਣਾ ਚੱਲੇਗੀ, ਜਿਵੇਂ ਲੋਕਾਂ ਨੇ ਪਾਰਟੀਆਂ ਨੂੰ ਮਜਬੂਰ ਕੀਤਾ ਹੈ, ਤਾਂ ਲੋਕ ਇਹਨਾਂ ਜਥੇਬੰਦੀਆਂ ਤੇ ਵੀ ਨਜ਼ਰ ਰੱਖਣ ਤੇ ਉਹਨਾਂ ਨੂੰ ਵੀ ਮਜਬੂਰ ਕਰਨ ਉਸ ਪੱਧਰ ਤੇ। ਆਪੋ ਆਪਣੇ ਜਥੇਬੰਦੀਆਂ ਦੇ ਅੰਦਰਲਾ ਕੇਡਰ ਵੀ ਮਜਬੂਰ ਕਰੇ ਕਿ ਪੰਜਾਬ ਇਕੱਠ 'ਚ ਜਿੱਤ ਸਕਦਾ ਹੈ, ਇਕੱਲੇ ਨਹੀਂ ਜਿੱਤ ਸਕਦਾ। ਤੇ ਇਹਦੇ ਨਾਲ ਇਹ ਹੈ ਕਿ ਇਕੱਲਾ ਕਿਸਾਨੀ ਨਹੀਂ, ਮਜ਼ਦੂਰਾਂ ਦੀਆਂ ਜਥੇਬੰਦੀਆਂ, ਔਰਤਾਂ ਨੂੰ ਬਰਾਬਰ ਦੇ ਹੱਕ, ਸਟੇਜ ਤੇ ਬੈਠਣ ਦੇ ਵੀ ਤੇ ਮੀਟਿੰਗਾਂ ਵੇਲੇ ਫੈਸਲਾ ਕਰਨ 'ਚ ਵੀ। ਇਕੱਲੇ 31 ਜਥੇਬੰਦੀਆਂ ਦੇ ਆਗੂ ਨਹੀਂ, ਇਹਨਾਂ ਆਗੂਆਂ ਨੂੰ ਉਹਨਾਂ ਜਥੇਬੰਦੀਆਂ ਦੇ ਆਗੂਆਂ ਨਾਲ ਤੇ ਉਹਨਾਂ ਔਰਤਾਂ 'ਚੋਂ ਆਈਆਂ ਆਗੂਆਂ ਨਾਲ ਵੀ ਬੈਠ ਕੇ ਸੰਵਾਦ ਰਚਾਉਣਾ ਪਏਗਾ। ਜਿੰਨਾ ਫੈਸਲੇ ਦੇ ਵਿੱਚ ਉਹਨਾਂ ਦੀ ਸਹਿਮਤੀ ਹੋ ਜਾਏਗੀ, ਉਨਾ ਹੀ ਇਹ ਅੰਦੋਲਨ ਮਜ਼ਬੂਤ ਹੋਏਗਾ, ਉਹ ਜੜ੍ਹਾਂ ਪਟੇਗਾ, ਇਹ ਲੋਕ ਅੰਦੋਲਨ ਬਣ ਜਾਏਗਾ। ਫਿਰ ਕਿਸਾਨ ਅੰਦੋਲਨ ਤੋਂ ਹਜੇ ਉਧਰ ਨੂੰ ਕਦਮ ਥੋੜ੍ਹੇ ਚੁੱਕੇ ਗਏ ਨੇ, ਇਹਨੂੰ ਵਧਾਉਣ ਦੀ ਲੋੜ ਹੈ। ਇਹ ਲੋਕ ਅੰਦੋਲਨ 'ਚ ਕਨਵਰਟ ਜਦੋਂ ਇੱਥੋਂ ਆਉਂਦਾ ਤਾਂ ਇਹਦਾ ਅਸਰ ਅੱਗੇ ਵੀ ਜਾਂਦਾ ਪੰਜਾਬ 'ਚ, ਦੇਸ਼ ਦੇ ਵਿੱਚ ਵੀ। ਔਰ ਕਰਨਾਟਕਾ ਦੇ ਵਿੱਚ 34 ਜਥੇਬੰਦੀਆਂ ਨੇ ਮਿਲ ਕੇ ਇਹ ਫੈਸਲਾ ਕੀਤਾ ਹੋਇਆ ਔਰ ਉਹਦੇ ਥਰੂ ਅੰਦੋਲਨ ਲੜ ਰਹੇ ਨੇ, ਜਿਹਦੇ 'ਚ ਕਿਸਾਨ ਜਥੇਬੰਦੀਆਂ ਵੀ ਨੇ, ਮਜ਼ਦੂਰ ਜਥੇਬੰਦੀਆਂ ਵੀ ਨੇ, ਟ੍ਰੇਡ ਯੂਨੀਅਨਾਂ ਵੀ ਨੇ। ਸਾਨੂੰ ਸਬਕ ਲੈਣਾ ਚਾਹੀਦਾ ਜੇ ਕੋਈ ਚੱਜ ਦੀ ਚੀਜ਼ ਕਿਤੇ ਕਰ ਰਿਹਾ। ਸਾਡੀਆਂ ਜਥੇਬੰਦੀਆਂ ਨੂੰ ਵੀ ਇਸ ਪਾਸੇ ਵੱਲ ਸੋਚਣ ਦੀ ਲੋੜ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।